ਅੱਜ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਸੀਗੀ। ਉਹਦੇ 'ਚ 4 ਤੋਂ 5 ਅਹਿਮ ਮੁੱਦਿਆਂ ਦੇ ਉੱਤੇ ਡਿਸਕਸ਼ਨ ਹੋਈ ਆ। ਮੈਂ ਪਹਿਲਾਂ 2 ਇਸ਼ੂਜ਼ ਬਰੀਫਲੀ ਟੱਚ ਕਰਕੇ then I will hand over the mic to other friends of mine, colleagues, ਜਿਹੜੇ ਕਿ ਜਿਹੜਾ ਫਾਰਮਰ ਸਟੇਟ ਕਮਿਸ਼ਨ ਦਾ ਡਰਾਫਟ ਪਾਲਿਸੀ ਬਣਾਈ ਸੀਗੀ, ਜਿਹਦੇ ਤੇ ਜਿਹਨੂੰ ਠੰਡੇ ਬਸਤੇ 'ਚ ਪਾਤਾ, ਲਾਈਕ ਅਦਰ ਡਿਪਾਰਟਮੈਂਟਸ ਜਿਨ੍ਹਾਂ ਦੀਆਂ ਕੋਈ ਪਾਲਿਸੀਜ਼ ਨਹੀਂ ਹੈ, ਜਿੱਦਾਂ ਸਪੋਰਟਸ ਪਾਲਿਸੀ ਨਹੀਂ ਹੈ, ਇੰਡਸਟਰੀਅਲ ਪਾਲਿਸੀ ਨਹੀਂ ਹੈ, ਕੈਟੇਗੋਰੀਕਲ ਕਲੀਅਰ। ਐਗਰੀਕਲਚਰ ਸਭ ਤੋਂ ਇੰਪੋਰਟੈਂਟ ਫੀਲਡ ਆ ਪੰਜਾਬ ਦਾ ਔਰ ਸਭ ਤੋਂ ਜ਼ਿਆਦਾ ਕ੍ਰਾਈਸਿਸ ਵਿੱਚ ਆ। ਉਹਦੀ ਪਾਲਿਸੀ ਨਾ ਬਣਾ ਸਕਣਾ ਔਰ ਆਪਣੇ ਹੀ ਬਣਾਏ ਕਮਿਸ਼ਨ ਦੀ ਗੱਲ ਨੂੰ ਠੰਡੇ ਬਸਤੇ 'ਚ ਪਾ ਦੇਣਾ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਫਾਰਮਰਸ ਇਸ਼ੂ ਦੇ ਉੱਤੇ ਕੰਵਰ ਸੰਧੂ ਸਾਹਿਬ ਪਹਿਲਾਂ, ਔਰ ਉਸ ਤੋਂ ਬਾਅਦ ਸਰਦਾਰ ਨਾਜਰ ਸਿੰਘ ਹੁਣੀ, ਬਿਕੋਜ਼ ਇਹ ਮੈਂਬਰ ਸੀਗੇ MLA ਮਾਨਸਾ ਤੋਂ, ਜਿਹੜਾ ਸੁਸਾਈਡ ਤੇ ਡੈਟ ਵਾਲਾ ਸੀਗਾ, ਜਿਹੜਾ ਕਿ ਅੱਜ ਵੀ ਚੱਲੀ ਜਾਂਦੀਆਂ ਆਤਮ ਹੱਤਿਆ ਕਿਸਾਨਾਂ ਦੀਆਂ, ਉਹ ਤੁਹਾਨੂੰ ਇਹਦੇ ਤੇ ਚਾਨਣਾ ਪਾਉਣਗੇ। ਹੋਰ 1-2 ਕੁਲੀਗਸ ਜਿਹੜੇ ਨੇ ਉਹ ਚਾਨਣਾ ਪਾਉਣਗੇ ਅਦਰ ਇਸ਼ੂਜ਼ ਦੇ ਉੱਤੇ। ਪਹਿਲਾਂ 2 ਇਸ਼ੂਜ਼ ਮੈਂ ਟੱਚ ਕਰਕੇ ਆਈ ਵਿਲ ਬੀ ਟੇਕਿੰਗ ਯੋਰ ਲੀਵ। ਸਭ ਤੋਂ ਪਹਿਲਾਂ ਤਾਂ ਸਾਨੂੰ ਬੜਾ ਅਫਸੋਸ ਆ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ 28 ਅਗਸਤ ਨੂੰ ਇੱਕ ਬਹੁਤ ਵੱਡੀ ਬਹਿਸ ਕਰਾਈ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ, ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਤੇ, ਔਰ 8 ਘੰਟੇ ਬਹਿਸ ਚੱਲਣ ਤੋਂ ਬਾਅਦ ਅੱਜ ਤੁਸੀਂ ਦੇਖ ਲਓ ਲਗਭਗ 1 ਮਹੀਨੇ ਤੋਂ ਬਾਅਦ ਉਹਦੇ ਤੇ ਜਦੋਂ ਕੋਈ ਐਕਸ਼ਨ ਨਾ ਹੋਇਆ, ਤਾਂ ਪਿਛਲੇ 21 ਤਾਰੀਖ ਨੂੰ ਲਾਈਕ ਮਾਈਂਡਡ ਕੁਝ ਲੋਕਾਂ ਨੇ, ਲਾਈਕ ਮਾਈਂਡਡ ਕੁਝ ਪਾਰਟੀਆਂ ਨੇ ਇੱਕ ਕਾਲ ਦਿੱਤੀ ਸੀ ਕਿ ਅਸੀਂ 7 ਅਕਤੂਬਰ ਨੂੰ ਜਿਹੜਾ ਕੋਟਕਪੂਰੇ ਦਾ ਚੌਂਕ, ਜਿੱਥੇ ਪਹਿਲਾਂ ਗੋਲੀ ਚੱਲੀ ਤੇ ਲਾਠੀਚਾਰਜ ਹੋਇਆ ਸ਼ਾਂਤਮਈ ਪ੍ਰੋਟੈਸਟਰਸ ਦੇ ਉੱਤੇ, ਔਰ ਉਸ ਤੋਂ ਬਾਅਦ ਬਾਈਬਲ ਕਲਾਂ ਗੋਲੀकांड ਦੇ ਵਿੱਚ 2 ਸਿੱਖ ਨੌਜਵਾਨ ਮਾਰੇ ਗਏ, ਉਹ ਸਾਰੀ ਸਰਵਦਲੀਏ ਬੈਠਕ ਨੇ, ਲਾਈਕ ਮਾਈਂਡਡ ਲੋਕਾਂ ਨੇ ਉਹਦੇ ਤੇ 7 ਅਕਤੂਬਰ ਐਤਵਾਰ ਨੂੰ ਕੋਟਕਪੂਰੇ ਪਹੁੰਚਣ ਦੀ ਪੰਜਾਬ ਦੇ ਲੋਕਾਂ ਨੂੰ ਕਾਲ ਦਿੱਤੀ ਸੀਗੀ। ਉਸ ਕਾਲ ਨੂੰ ਟੋਰਪੀਡੋ ਕਰਨ ਵਾਸਤੇ, ਉਸ ਪ੍ਰੋਗਰਾਮ ਨੂੰ ਗੁਰੂ ਗ੍ਰੰਥ ਸਾਹਿਬ ਵਰਗੇ ਅਹਿਮ ਇਨਸਾਫ ਪਸੰਦੀ ਵਾਲੇ ਮੁੱਦੇ ਦੇ ਉੱਤੇ ਇਨਸਾਫ ਦੇਣ ਤੋਂ ਰੋਕਣ ਵਾਸਤੇ ਦੋਨਾਂ ਤਾਕਤਵਰ ਪਰਿਵਾਰਾਂ ਨੇ ਮਿਲੀ ਭੁਗਤ ਦੇ ਨਾਲ ਰੈਲੀ ਮੈਚਸ ਰੱਖ ਲਏ ਨੇ। ਤੁਸੀਂ ਸਾਰਿਆਂ ਨੇ ਸੁਣ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕਰ ਲਿਆ ਕਿ ਮੈਂ ਲੰਬੀ ਜਾ ਕੇ ਰੈਲੀ ਕਰੂੰਗਾ ਬਾਦਲ ਦੇ ਗੜ੍ਹ ਵਿੱਚ, ਔਰ ਸੁਖਬੀਰ ਸਿੰਘ ਨੇ ਫੈਸਲਾ ਕਰ ਲਿਆ ਕਿ ਮੈਂ ਪਟਿਆਲੇ ਵਿਖੇ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਵਿੱਚ ਰੈਲੀ ਕਰੂੰਗਾ। ਸੋ ਬੇਸਿਕਲੀ ਰੈਲੀ ਪੋਲਿਟਿਕਸ ਕਰਕੇ ਜਿਹੜਾ ਅਸਲ ਪੱਖ ਦਾ ਮਸਲਾ ਵਾ, ਜਿਹਦੇ ਤੇ ਪਿਛਲੇ 115 ਦਿਨ ਤੋਂ ਇਨਸਾਫ ਮੋਰਚਾ ਬੈਠਾ ਹੋਇਆ ਬਰਗਾੜੀ ਵਿੱਚ, ਔਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਪੰਜਾਬੀਆਂ ਦੀਆਂ ਭਾਵਨਾਵਾਂ ਜਿਸ ਮੁੱਦੇ ਦੇ ਨਾਲ ਜੁੜੀਆਂ ਸੀ, ਉਸ ਨੂੰ ਜਾਣਬੁੱਝ ਕੇ ਇਗਨੋਰ ਕਰਨ ਵਾਸਤੇ, ਉਸ ਨੂੰ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਦੋਨਾਂ ਵੱਡੇ ਪਰਿਵਾਰਾਂ ਨੇ ਆਪਸ ਵਿੱਚ ਮਿਲੀ ਭੁਗਤ ਨਾਲ ਮਿੱਥ ਕੇ, ਸਲਾਹ ਕਰਕੇ, ਮਸ਼ਵਰਾ ਕਰਕੇ 7 ਅਕਤੂਬਰ ਨੂੰ ਉਸੇ ਦਿਨ ਕਾਲ ਵਾਲੇ ਦਿਨ ਇਹਨਾਂ ਨੇ ਇਹ ਰੈਲੀਆਂ ਰੱਖ ਦਿੱਤੀਆਂ। ਸਭ ਤੋਂ ਪਹਿਲਾਂ ਤਾਂ ਅੱਜ ਪੋਲੀਟੀਕਲ ਅਫੇਅਰਸ ਕਮੇਟੀ ਇਸ ਐਡੇ ਅਹਿਮ ਮੁੱਦੇ ਤੇ ਇਹਨਾਂ ਵੱਲੋਂ ਐਡਾ ਸਰਸਰੀ ਕੰਮ ਕਰਨਾ, ਇਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਰੈਲੀ ਕਰਨਾ ਨਹੀਂਗਾ, ਸਰਕਾਰ ਦਾ ਫਰਜ਼ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਉੱਠਿਆ ਔਰ ਪੁਲਿਸ ਫਾਇਰਿੰਗ ਦੇ ਨਾਲ 2 ਸਿੱਖ ਨੌਜਵਾਨ ਮਾਰੇ ਗਏ, ਉਹਨਾਂ ਨੂੰ ਸਜ਼ਾ ਦੇਣਾ ਵਾ, ਤਾਂ ਕਿ ਮੁੜ ਕੇ ਕੋਈ ਵੀ ਕਿਸੇ ਧਾਰਮਿਕ ਗ੍ਰੰਥ ਦੀ, ਚਾਹੇ ਉਹ ਕੁਰਾਨ ਹੈ, ਚਾਹੇ ਬਾਈਬਲ ਹੈ, ਚਾਹੇ ਗੀਤਾ, ਚਾਹੇ ਕੋਈ ਵੀ ਧਾਰਮਿਕ ਗ੍ਰੰਥ ਆ, ਉਹਦੀ ਕੋਈ ਬੇਅਦਬੀ ਕਰਨ ਦੀ ਜੁਰਤ ਨਾ ਕਰੇ। ਔਰ ਕੈਪਟਨ ਅਮਰਿੰਦਰ ਸਿੰਘ ਨੇ 295A ਨੂੰ ਹਾਲ ਹੀ ਵਿੱਚ ਅਮੈਂਡ ਕੀਤਾ ਪੰਜਾਬ ਦੀ ਵਿਧਾਨ ਸਭਾ ਵਿੱਚ। ਇਹਦਾ ਮਤਲਬ ਕਿ ਉਹ ਵੀ ਉਹਨਾਂ ਦਾ ਜਿਹੜਾ ਕਦਮ ਸੀਗਾ ਉਹ ਲੋਕਾਂ ਦੀ ਅੱਖਾਂ ਵਿੱਚ ਕੱਟਾ ਪਾਉਣ ਦੇ ਬਰਾਬਰ ਸੀਗਾ, ਕਿਉਂਕਿ ਰੈਲੀ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ। ਅਸੀਂ ਰੀਇਟਰੇਟ ਕਰਦੇ ਹਾਂ ਕਿ ਦੋਸ਼ੀ ਜਿਹੜੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਉਸ ਵਕਤ ਦੇ ਚੀਫ ਮਿਨਿਸਟਰ, ਸੁਖਬੀਰ ਸਿੰਘ ਬਾਦਲ ਉਸ ਵਕਤ ਦੇ ਹੋਮ ਮਿਨਿਸਟਰ, ਸੁਮੇਧ ਸਿੰਘ ਸੈਣੀ ਉਸ ਵਕਤ ਦੇ DGP, ਜਿਨ੍ਹਾਂ ਦੀ ਗੱਲਾਂ ਸਾਰਾ ਟਰੈਕ ਰਿਕਾਰਡ ਜਿਹੜਾ ਵਾ ਉਹ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ
CCTV ਕਵਰੇਜ ਜਿਹੜੀ ਫੁਟੇਜ ਹੋਈ ਉਹਦੇ ਵਿੱਚ ਵੀ ਤੇ ਪਲੱਸ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਲੋਕਾਂ ਦੇ ਨਾਮ ਆਏ। ਦੂਸਰਾ ਪੱਖ ਸੀਗਾ ਸੈਕਰੇਲੇਜ ਦਾ ਕਿ ਉਹਦੇ ਵਿੱਚ ਉਹਨਾਂ ਲੋਕਾਂ ਦੇ ਆਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕਰਕੇ ਉਸ ਦੀ ਤੋਹੀਨ ਕੀਤੀ। ਔਰ ਉਲਟਾ ਅਕਾਲੀਆਂ ਨੇ ਮੈਂ ਸਮਝਦਾ ਕਿ ਅਮਰਿੰਦਰ ਸਿੰਘ ਤਾਂ ਲੰਬੀ ਵਿੱਚ ਜਾ ਕੇ ਆਪਣੀ ਧਿਆਨ ਹਟਾਉਣ ਦੀ ਰੈਲੀ ਕਰ ਰਿਹਾ ਵਾ, ਪਰ ਸੁਖਬੀਰ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਪਸੰਦੀ ਦੇ ਵਿਰੋਧ ਵਿੱਚ ਰੈਲੀ ਕਰ ਰਹੇ ਨੇ, ਜਿਹੜੀ ਕਿ ਅਕਾਲੀ ਦਲ ਦੇ ਇਤਿਹਾਸ ਵਿੱਚ ਪਹਿਲੀ ਬੱਜਰ ਗਲਤੀ ਹੋਵੇਗੀ। ਤੁਸੀਂ ਜੇ ਇਨਸਾਫ ਨਹੀਂ ਮੰਗ ਸਕਦੇ, ਘੱਟੋ ਘੱਟ ਇਨਸਾਫ ਮੰਗਣ ਵਾਲਿਆਂ ਨੂੰ ਡਿਮੋਰਲਾਈਜ਼ ਨਾ ਕਰੋ, ਉਹਨਾਂ ਦੇ ਰਾਹ ਵਿੱਚ ਰੋੜੇ ਮਤ ਅਟਕਾਓ, ਉਹਨਾਂ ਦਾ ਵਿਰੋਧ ਮਤ ਕਰੋ। ਪਟਿਆਲੇ ਦੀ ਰੈਲੀ ਗੁਰੂ ਗ੍ਰੰਥ ਸਾਹਿਬ ਦੇ ਲਈ ਇਨਸਾਫ ਮੰਗਣ ਦੇ ਵਿਰੋਧ ਵਿੱਚ ਰੱਖੀ ਗਈ ਆ। ਅਕਾਲੀਆਂ ਨੂੰ ਆਪਣਾ ਇਹ ਸਟੈਂਡ ਸਪਸ਼ਟ ਕਰਨਾ ਪਵੇਗਾ। ਇਸ ਲਈ ਅਸੀਂ ਸਾਰੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਕੁੱਲ ਪੰਜਾਬ ਦੇ ਲੋਕਾਂ ਨੂੰ, ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੂੰ, ਵਿਸ਼ਵ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਅਤੇ ਜਿਹੜੇ ਲੋਕ ਸਮਝਦੇ ਨੇ ਕਿ ਸਾਰਿਆਂ ਧਰਮਾਂ ਦਾ ਆਦਰ ਮਾਣ ਸਤਿਕਾਰ ਹੋਣਾ ਚਾਹੀਦਾ, ਸਾਰੇ ਗ੍ਰੰਥਾਂ ਦਾ ਆਦਰ ਮਾਣ ਸਤਿਕਾਰ ਹੋਣਾ ਚਾਹੀਦਾ, ਉਹਨਾਂ ਨੂੰ ਅਪੀਲ ਕਰਦੇ ਹਾਂ ਕਿ 7 ਅਕਤੂਬਰ ਇਮਤਿਹਾਨ ਦੀ ਘੜੀ ਆ। ਇੱਕ ਪਾਸੇ ਅਕਾਲੀਆਂ ਦੇ ਪਕੌੜਿਆਂ ਦੀ ਰੈਲੀ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਕਰੇਗੀ, ਅਖੌਤੀ ਅਕਾਲੀਆਂ ਦੀ ਜਿਨ੍ਹਾਂ ਨੇ ਮਿੱਥ ਕੇ ਪਿਛਲੇ 2 ਸਾਲਾਂ ਵਿੱਚ ਨਾਇਨਸਾਫੀ ਕੀਤੀ, ਪੁਲਿਸ ਵਾਲੇ ਗੁਨਾਹਗਾਰਾਂ ਨੂੰ ਬਚਾਇਆ ਔਰ ਉਹਨਾਂ ਨੂੰ ਜਿਹੜੇ ਸੀਗੇ ਉਹਨਾਂ ਨੂੰ ਇਨਸਾਫ ਦੇ ਰਾਹ ਤੋਂ ਪੰਜਾਬ ਸਰਕਾਰ ਨੂੰ ਭਟਕਾਇਆ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਸਰਕਾਰ ਨੇ ਸੇਫ ਪੈਸੇਜ ਦਿੱਤਾ ਪੁਲਿਸ ਵਾਲਿਆਂ ਨੂੰ, ਜਿਹੜੇ ਜਾ ਕੇ 4 ਪੁਲਿਸ ਵਾਲੇ ਚਰਨਜੀਤ ਸ਼ਰਮਾ ਸਮੇਤ ਜਿਨ੍ਹਾਂ ਨੇ ਹਾਈ ਕੋਰਟ ਵਿੱਚ ਜਾ ਕੇ ਪੰਜਾਬ ਸਰਕਾਰ ਦੀ ਨਲਾਇਕੀ ਦੇ ਕਰਕੇ ਸਟੇ ਲੈ ਲਿਆ। ਇਸ ਲਈ ਸਾਡੀ ਅਪੀਲ ਹੈ ਕਿ ਤੁਹਾਡੇ ਵਾਸਤੇ ਇਮਤਿਹਾਨ ਦੀ ਘੜੀ ਆ। ਅਖੌਤੀ ਅਕਾਲੀਆਂ ਦੀ ਰੈਲੀ ਵਿੱਚ ਜਾਣਾ, ਸਰਕਾਰੀ ਰੈਲੀ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਮਹਿਜ਼ ਇੱਕ ਡਰਾਮਾ ਕਰਨਾ ਵਾ, ਜਾਂ ਤੀਸਰਾ ਕੋਟਕਪੂਰੇ ਵਿਖੇ ਜਿਹੜਾ ਇੱਕ ਆਲ ਪਾਰਟੀ ਮੀਟਿੰਗਸ ਲਾਈਕ ਮਾਈਂਡਡ ਲੋਕਾਂ ਨੇ, ਪੰਜਾਬ ਦੇ ਜਿਹੜੇ ਅਖਲਾਕੀ ਗੈਰਤਮੰਦ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਾਸਤੇ ਇਨਸਾਫ ਮੰਗਣ ਵਾਸਤੇ ਰੋਸ ਮਾਰਚ ਦਾ ਐਲਾਨ ਕੀਤਾ ਕਿ ਉਸ ਵਿੱਚ ਸ਼ਮੂਲੀਅਤ ਕਰਨੀ ਆ। ਇਸ ਲਈ ਫੈਸਲਾ ਪੰਜਾਬੀਆਂ ਦੇ ਤੇ ਸਿੱਖ ਕੌਮ ਦੇ ਹੱਥ ਵਿੱਚ ਆ। ਅਗਰ ਅਕਾਲੀਆਂ ਦੀ ਰੈਲੀ ਵਿੱਚ ਇਕੱਠ ਜ਼ਿਆਦਾ ਹੁੰਦਾ ਤਾਂ ਇਹ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਕਰਨ ਵਾਲਿਆਂ ਦੇ ਹੱਕ ਵਿੱਚ ਫਤਵਾ ਜਾਵੇਗਾ। ਅਗਰ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿੱਚ ਇਕੱਠ ਜ਼ਿਆਦਾ ਹੁੰਦਾ ਤਾਂ ਇੱਥੋਂ ਸਾਬਤ ਹੋਵੇਗਾ ਕਿ ਪੰਜਾਬ ਦੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਹਤੈਸ਼ੀ ਤੇ ਉਹਦੇ ਇਨਸਾਫ ਦੇ ਵਾਸਤੇ ਹਾਮੀ ਨਹੀਂ ਗਏ। ਅਮਰਿੰਦਰ ਸਿੰਘ ਦੇ ਸਰਕਾਰੀ ਸ਼ੋਅ ਵਿੱਚ ਜਾ ਕੇ ਆਪਣੀ ਹਾਜ਼ਰੀ ਲਵਾਉਣਾ ਬਿਹਤਰ ਸਮਝਦੇ ਤੇ ਅਗਰ ਉਸ 7 ਤਰੀਕ ਨੂੰ ਕੋਟਕਪੂਰੇ ਦੀ ਕਾਲ ਵਿੱਚ ਲੋਕ ਸ਼ਮੂਲੀਅਤ ਕਰਨਗੇ ਤਾਂ ਇੱਕ ਸੁਣਿਆ ਜਾਵੇਗਾ ਕਿ ਗੁਰੂ ਗ੍ਰੰਥ ਸਾਹਿਬ ਤੇ ਸਰਵ ਧਰਮਾਂ ਤੇ ਸਾਰੇ ਗ੍ਰੰਥਾਂ ਦਾ ਅੱਜ ਵੀ ਮਾਨਵਤਾ ਤੇ ਮਨੁੱਖਤਾ ਬਹੁਤ ਸਤਿਕਾਰ ਕਰਦੀ। ਸਾਨੂੰ ਪੂਰਨ ਆਸ ਹੈ ਕਿ ਲੋਕ 7 ਅਕਤੂਬਰ ਨੂੰ ਕੋਟਕਪੂਰੇ ਵਾਲੇ ਰੋਸ ਮਾਰਚ ਵਿੱਚ ਪਹੁੰਚ ਕੇ ਪੰਜਾਬੀਅਤ ਨੂੰ ਮਜ਼ਬੂਤ ਕਰਨਗੇ, ਸਾਰੇ ਧਰਮਾਂ ਦੇ ਗ੍ਰੰਥ ਸਾਹਿਬਾਨ ਦਾ ਸਤਿਕਾਰ ਕਰਨਗੇ ਔਰ ਗੁਰੂ ਗ੍ਰੰਥ ਸਾਹਿਬ ਦੇ ਹੋਈ ਬੇਅਦਬੀ ਦਾ ਹਿਸਾਬ ਲੈਣਗੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਦੇ ਮੁਦਈ ਬਣ ਕੇ ਉੱਥੇ ਪਹੁੰਚਣਗੇ। ਦੂਸਰਾ ਮਸਲਾ ਸੀਗਾ ਕਿ ਕੁਝ ਸਮੇਂ ਤੋਂ ਇੱਕ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਆ, ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਦੀ ਲੀਡਰਸ਼ਿਪ ਹੈ ਜਾਂ ਜਿਹੜੇ ਉਹਨਾਂ ਦੇ ਇੱਥੇ ਆਗੂ ਨੇ ਪੰਜਾਬ ਦੇ ਵਿੱਚ, ਕਿ ਅਸੀਂ ਤਾਂ ਫਲਾਂਗ ਕਮੇਟੀ ਬਣਾਤੀ, ਸਾਡੇ ਦਰਵਾਜ਼ੇ ਸੁਲ੍ਹਾ ਦੇ ਵਾਸਤੇ ਖੁੱਲ੍ਹੇ ਨੇ, ਅਸੀਂ ਛੇਤੀ ਹੀ ਆਪਣੇ ਭਰਾਵਾਂ ਆਮ ਆਦਮੀ ਪਾਰਟੀ ਦੇ ਜਿਹੜੇ 8 MLA ਉਹਨਾਂ ਤੱਕ ਪਹੁੰਚ ਕਰ ਰਹੇ ਹਾਂ। ਇੱਕ ਪਬਲਿਕ ਡਾਈਜੈਸ਼ਨ ਵਾਸਤੇ ਸਿਰਫ ਮੀਡੀਆ ਦੇ ਜ਼ਰੀਏ ਰਿਪੀਟਡਲੀ ਇਸ ਤਰ੍ਹਾਂ ਦੇ ਬਿਆਨ ਆਏ ਜਿਹੜੇ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਖਦਸ਼ਾ ਪੈਦਾ ਕਰ ਰਹੇ ਕਿ ਸ਼ਾਇਦ ਦਿੱਲੀ ਵਾਲੇ ਤਾਂ ਬਹੁਤ ਕਾਲੇ ਨੇ ਸੁਲ੍ਹਾ ਨੂੰ, ਪਰੰਤੂ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੇ ਹਤੈਸ਼ੀ ਲੜਾਈ ਲੜ ਰਹੇ ਸ਼ਾਇਦ ਇਹ ਸੁਲ੍ਹਾ ਵਾਸਤੇ ਤਿਆਰ ਨਹੀਂ। ਹਾਲਾਂਕਿ ਅਸੀਂ ਇੱਕ ਵਾਰ ਨਹੀਂ ਅਨੇਕਾਂ ਵਾਰ ਕਿਹਾ ਕਿ ਅਸੀਂ ਸਾਰੇ ਜਮਹੂਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਗੱਲਬਾਤ ਤੋਂ ਕਦੀ ਵੀ ਨਹੀਂ ਭੱਜਦੇ, ਪਰੰਤੂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਸਾਰਾ ਜਿਹੜਾ ਕੀਤਾ ਜਾ ਰਿਹਾ ਪ੍ਰੋਪੇਗੈਂਡਾ ਇਹ ਟੈਲੀਵਿਜ਼ਨ ਕੈਮਰਿਆਂ ਰਾਹੀਂ ਅਖਬਾਰਾਂ ਤੱਕ ਮਹਿਦੂਦ ਆ, ਕਿਉਂਕਿ ਸਾਡੇ ਤੱਕ ਅੱਜ ਤੱਕ ਇਸ ਅੰਦਰੂਨੀ ਵਿਵਾਦ ਨੂੰ ਸੈਟਲ ਕਰਨ ਵਾਸਤੇ ਕਿਸੇ ਨੇ ਪਹੁੰਚ ਨਹੀਂ ਕੀਤੀ। ਦੁਬਾਰਾ ਕਹਿ ਰਿਹਾ, ਕਿਸੇ ਨੇ ਪਹੁੰਚ ਨਹੀਂ ਕੀਤੀ। ਔਰ ਇੱਥੇ ਗੱਲ ਇਹ ਵੀ ਵਰਣਨਯੋਗ ਆ
कि अरविंद केजरीवाल जिहड़े आम आदमी पार्टी के कन्वीनर आ वो इन्हां हालातां विच 2 अगस्त की कन्वेंशन तो बाद 2 बार पंजाब आए ने। एक बार सुनाम मीटिंग करके गए अमन अरोड़ा के घर विच, एक बार जलंधर एक मीडिया हाउस के फंक्शन विच आए, परंतु उन्होंने सानू ना सुनाम की मीटिंग विच सद्या ते ना उन्होंने जलंधर वाले मीडिया हाउस के फंक्शन तो बाद सानू किसी सद्दा पत्र दिता। और जिहड़े साना अप्रोच भी किया, फुलका साहब आए सीगे सैशन के दौरान 28 तरीक नूं बहस होनी सी गुरु ग्रंथ साहब के मुद्दे ते 27 तरीक नूं 3 MLAs नाल फुलका साहब साडे कोल आए सी, उन्हां दा स्वागत किया। असीं इकट्ठे बैठ के इत्थे ही घरे बैठ के भोजन किया, लंच किया। उन्हां दा मकसद ये सीगा कि पंजाब दी विधान सभा विच गुरु ग्रंथ साहब की बहस ते आपां एकमुठ होके तगड़े होके बहस करिए। असीं सारिआं ने एकमुठ होके तगड़े होके एक आवाज़ दे विच गुरु ग्रंथ साहब की बहस में हिस्सा लिया, जिहड़ी कि सारी लाइव टैलीकास्ट होया दुनिया में 28 अगस्त नूं। और उस तो पहला चंद दिन पहला हुण तक कई महीना 1.5 महीना पहला शायद अमन अरोड़ा साडे कोल आए सीगे। कुदरती संधू साहब ते असीं सीगे इकट्ठे ते अमन अरोड़ा साडे कोल आए और जदों बैठे उन्होंने कहा आपां गल करनी आ ते असीं उन्हां नूं स्पैसीफिकली पुछया सीगा कि की तुसीं मैंडेट लैके आए हो गल करन वास्ते दिल्ली तो या पंजाब की लीडरशिप तो। उन्होंने कहा बिल्कुल नहीं, मैं अपनी इंडिविजुअल कैपेसिटी च आया वां। वो साडे नाल बैठ के घंटा 2 घंटे गल्लां बातां करके कोई बिना नतीजा तो वो भी इत्थों चले गए। इसलिए फिर दोबारा कैटेगोरिकली क्लीयर करने कुछ नहीं, परंतु जिद्दां असीं कहा कि असीं किसी भी गलबात तो भजदे नहीं। और जिहड़ा इंप्रैशन क्रिएट किया जा रहा कि शायद पंजाब के ये 8 MLA अड़ते ने, जिद करते हैं, उसनूं क्लैरीफाई करन वास्ते उसनूं लोगों की कचहरी में एक बार दोबारा दस्सण वास्ते कि असीं कदी भी किसी डायलॉग तो नहीं पिछे हटते। हालांकि साडे रेजोल्यूशनस ते साडा स्टैंड क्रिस्टल क्लीयर है, पर फिर भी गलबात तो गुरेज ना करके अज पोलिटिकल अफेयर्स कमेटी ने 5 मैंबर्स नॉमिनेट किए हैं आम आदमी पार्टी वालों, जिन्हां दे नाल उन्हां नूं खुला सद्दा वा कि वो जदों चाहण 5 मैंबर इस कमेटी के नाल गलबात करके वो अपना पक्ष जिहड़ा है रख सकते। विचों कुछ मैंबर्स की सलाह भी सीगी कि ये जिहड़े 5 मैंबर्स की मीटिंग होवे दूसरे 5 मैंबर्स ना या किद्दां इसनूं आपां लाइव टैलीकास्ट कर दईए। वो अगर साडे मित्र जिहड़े ने साडे काउंटर पार्ट्स अगर मन जाणगे तो असीं दुनिया की सहूलत वास्ते उसनूं लाइव टैलीकास्ट भी करन नूं तैयार आ, भजदे नहींगे। और 5 मैंबर्स दे विच सरदार कंवर संधू MLA खरड़, सरदार नाजर सिंह जी मानशाहीआ MLA मानसा, मास्टर बलदेव सिंह जी MLA जैतो, सरदार जगदेव सिंह जी MLA जगदेव सिंह जी कमालू MLA मौड़, और सुरेश शर्मा जी जिहड़े साडे PAC दे मैंबर ने अमृतसर तो। असीं 5 बंदिआं नूं नॉमिनेट करता। द बॉल इज़ इन द कोर्ट ऑफ आवर फ्रेंड्स। Whenever they want to talk to this committee, they are most welcome. All they have to do is just invite them. सरदार कंवर संधू जी MLA खरड़, सरदार नाजर सिंह जी MLA मानसा, सरदार जगदेव सिंह कमालू MLA मौड़, मास्टर बलदेव सिंह जी MLA जैतो, सुरेश शर्मा जी member PAC from Amritsar. So we are open to all sorts of good dialogue. But having said that, ਜਿਹੜਾ ਬਠਿੰਡੇ ਦੇ ਵਿੱਚ ਰੈਜ਼ੋਲੂਸ਼ਨਸ ਪਾਸ ਕੀਤੇ ਗਏ ਉਹ ਟਾਕਸ ਦਾ ਆਧਾਰ ਹੋਣਗੇ, ਇਹ ਜ਼ਰੂਰ ਅਸੀਂ ਕਹਿਣ ਤੋਂ ਪਿੱਛੇ ਨਹੀਂ ਹਟ ਸਕਦੇ। ਸੋ ਦੇਅਰਫੋਰ ਨਹੀਂ 5 ਮੈਂਬਰ ਕਮੇਟੀ ਹੈ ਜੀ, देयर इज़ नो, ऑल आर इक्वल कोलीग्स, देयर इज़ नो चेयरमैन, बट इट हैज़ बीन सेट अप टू एंटर इनटू एनी सॉर्ट ऑफ डायलॉग, टॉक्स, नेगोशिएशनस। ਲੈ ਦੇ ਨਹੀਂ, ਅਸੂਲ ਦੀ ਰਾਜਨੀਤੀ ਦੇ ਉੱਤੇ ਬੈਠ ਕੇ ਗੱਲ ਕਰਨ ਵਾਸਤੇ ਇਹ 5 ਮੈਂਬਰ ਨੋਮੀਨੇਟ ਕਰ ਦਿੱਤੇ ਆ। ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਅਸੀਂ ਤਿਆਰ ਬੈਠੇ ਹਾਂ, ਜਦੋਂ ਸਾਨੂੰ ਕਹਿਣਗੇ ਜਿੱਥੇ ਕਹਿਣਗੇ ਅਸੀਂ ਗੱਲ ਕਰਨ ਵਾਸਤੇ ਤਿਆਰ ਹਾਂ। ਹੁਣ ਮੈਂ ਬੇਨਤੀ ਕਰੂੰਗਾ ਆਪਣੇ ਕੋਲੀਗਸ ਨੂੰ ਕਿ ਇਸ ਨੂੰ ਫਾਰਮਰਸ ਇਸ਼ੂ ਨੂੰ ਅੱਗੇ ਕਾਈਂਡਲੀ ਵਧਾਉਣ ਜਰਾ। ਬਹੁਤ ਸ਼ੁਕਰੀਆ ਜੀ। ਦੋਸਤੋ ਥੋੜਾ ਉੱਚੀ ਬੋਲ ਦਿਓ। ਦੋਸਤੋ ਤੁਸੀਂ ਦੇਖਿਆ ਵਾ ਵੀ ਇਸ ਵੇਲੇ ਜਿਹੜੀ ਕਾਂਗਰਸ ਸਰਕਾਰ ਆ ਔਰ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਔਰ ਪੰਚਾਇਤ ਸਮਿਤੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਉਹਨਾਂ ਦੀ ਜਿੱਤ ਹੋਈ ਆ ਉਹਨੂੰ ਲੈ ਕੇ ਬਹੁਤ ਖੁਸ਼ ਹੋ ਰਹੇ ਆ। ਇਹ ਕਿਹੋ ਜਿਹੀ ਜਿੱਤ ਹੈ ਇਹਦੇ ਬਾਰੇ ਕੋਈ ਸਾਨੂੰ ਦੱਸਣ ਦੀ ਲੋੜ ਨਹੀਂ। ਜੇ ਤੁਹਾਡੀਆਂ ਆਪਣੀਆਂ ਹੀ ਮੀਡੀਆ ਦੀਆਂ ਟੈਲੀਵਿਜ਼ਨ ਦੀਆਂ ਰਿਪੋਰਟਸ ਵੇਖ ਲਈਏ ਤਾਂ ਪਤਾ ਲੱਗਦਾ ਵਾ ਵੀ ਜਿਹੋ ਜਿਹੀ ਜਿੱਤ ਹੁਣ ਤੱਕ ਅਕਾਲੀ ਦਲ
ਕਰਦਾ ਰਿਹਾ ਵਾ ਉਹੋ ਜੀ ਜਿੱਤ ਇਹ ਕਾਂਗਰਸ ਦੀ ਜਿੱਤ ਆ। ਸੋ ਅਸੀਂ ਅੱਜ ਫੈਸਲਾ ਕੀਤਾ ਸਾਰੀ ਪੋਲੀਟੀਕਲ ਅਫੇਅਰਸ ਕਮੇਟੀ ਨੇ ਔਰ ਸਾਡੇ MLA ਸਾਹਿਬਾਨ ਜਿਹੜੇ ਇੱਥੇ ਅਸੀਂ ਪੰਜਾਬ ਦੇ ਕਿਸਾਨੀ ਦੇ ਮਸਲੇ ਨੂੰ ਲੈ ਕੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਦਿਨੋਂ ਦਿਨ ਹੋਰ ਕਰਜ਼ੇ ਦੇ ਵਿੱਚ ਡੁੱਬ ਰਹੀ ਆ, ਸੰਕਟ ਦੇ ਵਿੱਚ ਜਾਈ ਜਾ ਰਹੀ ਆ। ਸੋ ਇਹਨਾਂ ਮਸਲਿਆਂ ਨੂੰ ਲੈ ਕੇ ਅੱਜ ਅਸੀਂ ਮੁੱਖ ਮੰਤਰੀ ਨੂੰ ਇੱਕ 3 ਪੇਜ ਦੀ ਖੁੱਲੀ ਚਿੱਠੀ ਲਿਖੀ ਆ, ਓਪਨ ਲੈਟਰ। ਉਹਦੀਆਂ ਕਾਪੀਜ਼ ਤੁਹਾਨੂੰ ਅਸੀਂ ਵੰਡ ਵੀ ਰਹੇ ਹਾਂ। ਇਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਆ, ਸ਼ਾਮ ਤੱਕ ਤੁਹਾਡੇ ਕੋਲ ਪੰਜਾਬੀ ਦੇ ਵਿੱਚ ਵੀ ਇਹ ਚਿੱਠੀਆਂ ਜਿਹੜੀਆਂ ਵਾ ਪਹੁੰਚ ਜਾਣਗੀਆਂ। ਇਹਦੇ 'ਚ ਅਸੀਂ ਉਹਨਾਂ ਦਾ ਧਿਆਨ ਦਿਵਾਇਆ ਵਾ ਵੀ ਦੇਖੋ ਜਿਹੜੇ ਤੁਸੀਂ ਮਸਲੇ ਚੁੱਕੇ ਸੀ ਉਹਨਾਂ ਦੇ ਉੱਤੇ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਦੀ ਲੋੜ ਆ। ਅਸੀਂ ਅੱਗੇ ਵੀ ਕਹਿੰਦੇ ਰਹੇ ਹਾਂ, ਲੇਕਿਨ ਦਿਨੋਂ ਦਿਨ ਸੰਕਟ ਜਿਹੜਾ ਵਾ ਹੋਰ ਗੰਭੀਰ ਹੁੰਦਾ ਜਾ ਰਿਹਾ ਵਾ। ਸੋ ਇਹ ਜ਼ਰੂਰੀ ਆ ਵੀ ਇਹਦੇ 'ਤੇ ਇੱਕ ਜਲਦੀ ਤੋਂ ਜਲਦੀ ਇੱਕ ਜਾਂ 2 ਦਿਨਾਂ ਦਾ ਇਹਦੇ 'ਤੇ ਸੈਸ਼ਨ ਸੱਦ ਕੇ ਜਿੰਨੇ ਕਿਸਾਨੀ ਮਸਲੇ ਆ ਉਹਨਾਂ 'ਤੇ ਗੌਰ ਕੀਤਾ ਜਾ ਸਕੇ, ਉਹਨਾਂ 'ਤੇ ਬਹਿਸ ਹੋਵੇ ਔਰ ਉਸ ਤੋਂ ਬਾਅਦ ਇੱਕ ਪ੍ਰੋਪਰ ਪਾਲਿਸੀ ਕੋਈ ਬਣ ਸਕੇ। ਸਭ ਤੋਂ ਜਿਹੜਾ ਪਹਿਲਾ ਸੈਸ਼ਨ ਸੀ ਔਰ ਫਿਰ ਦੂਸਰਾ ਸੈਸ਼ਨ ਹੋਇਆ ਬਜਟ ਸੈਸ਼ਨ ਜਿਹੜਾ 2017 ਦਾ ਸੀ, ਉਹਦੇ 'ਚ ਸਰਕਾਰ ਨੇ ਕਿਹਾ ਜੀ ਅਸੀਂ ਕਿਸਾਨਾਂ ਦੇ ਜਿਹੜਾ ਕਰਜ਼ਾ ਵਾ ਉਹ ਮਾਫ ਕਰਨਾ ਵਾ। ਪਹਿਲਾਂ ਤਾਂ ਉਹ 'ਚ ਅਫਸੋਸ ਹੈ ਸਾਨੂੰ ਕਿ ਜਿਹੜੇ ਖੇਤ ਮਜ਼ਦੂਰ ਸੀ ਉਹਨਾਂ ਨੂੰ ਉਹਦੇ ਸ਼ਾਮਲ ਨਹੀਂ ਕੀਤਾ ਗਿਆ। ਹਾਲਾਂਕਿ ਜਿਹੜਾ ਕਾਂਗਰਸ ਦਾ ਜਿਹੜਾ ਚੋਣ ਮੈਨੀਫੈਸਟੋ ਆ, ਚੋਣ ਮਨੋਰਥ ਪੱਤਰ ਆ, ਉਹਦੇ 'ਚ ਉਹਨਾਂ ਕਿਹਾ ਸੀ ਵੀ ਸਾਰੇ ਕਿਸਾਨਾਂ ਦਾ ਔਰ ਸਾਰੇ ਖੇਤ ਮਜ਼ਦੂਰਾਂ ਦਾ ਟੋਟਲ ਕਰਜ਼ਾ ਜਿਹੜਾ ਪ੍ਰਾਈਵੇਟ ਮਨੀ ਲੈਂਡਰਸ ਤੋਂ, ਆੜ੍ਹਤੀਆਂ ਤੋਂ ਜਾਂ ਹੋਰ ਕਿਸੇ ਅਦਾਰੇ ਤੋਂ ਹੋਵੇ ਉਹ ਵੀ ਮਾਫ ਕੀਤਾ ਜਾਊਗਾ। ਲੇਕਿਨ ਪਹਿਲੇ ਉਹਦੇ ਵਿੱਚ ਇਹਨਾਂ ਨੇ ਕਹਿਤਾ ਜੀ ਸਿਰਫ 2 ਏਕੜ ਜਾਂ 5 ਏਕੜ ਤੱਕ ਦੇ ਕਿਸਾਨ ਜਿਹੜੇ ਆ ਉਹਨਾਂ ਦਾ 2 ਲੱਖ ਤੱਕ ਦਾ ਜਾਂ ਟੋਟਲ 2 ਲੱਖ ਜਿਹੜਾ ਕਰਜ਼ਾ ਵਾ ਉਹ ਮਾਫ ਕੀਤਾ ਜਾਊਗਾ। ਉਹਦੇ ਵਾਸਤੇ ਪਹਿਲੇ ਬਜਟ ਦੇ ਵਿੱਚ 1500 ਕਰੋੜ ਰੁਪਏ ਰੱਖਿਆ ਗਿਆ, ਉਹ ਵੀ ਸਾਲ ਦੇ ਅਖੀਰ ਤੱਕ ਪੂਰਾ ਖਰਚ ਨਹੀਂ ਹੋਇਆ। ਦੂਸਰੇ ਅਗਲੇ ਸਾਲ ਦੇ ਬਜਟ 'ਚ 2018-19 ਦੇ ਬਜਟ ਦੇ ਵਿੱਚ 4200 ਕਰੋੜ ਰੁਪਈਆ ਰੱਖਿਆ ਗਿਆ, ਉਹ ਵੀ ਪੂਰਾ ਖਰਚ ਨਹੀਂ ਹੋਇਆ। ਔਰ ਹੁਣ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਵੇਖ ਹੀ ਰਹੇ ਜੇ ਵੀ ਜਿਹੜੇ ਫੰਕਸ਼ਨ ਹੁੰਦੇ ਸੀ ਜਿੱਥੇ ਕਰਜ਼ਾ ਵੰਡਿਆ ਜਾਂਦਾ ਸੀ ਉਹ ਵੀ ਦੇਣਾ ਇਹਨਾਂ ਨੇ ਬੰਦ ਕਰਤਾ ਵਾ। ਇਹ ਹਾਲਤ ਇਸ ਵੇਲੇ ਬਣੀ ਹੋਈ ਆ। ਸੋ ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਕਿ ਉਹ ਜਿਹੜਾ ਉਹਨਾਂ ਟੋਟਲ ਜਿਹੜੀ ਉਹਨਾਂ ਦੇ ਜਿਹੜੇ ਪ੍ਰੋਮਿਸ ਹੈ, ਜਿਹੜਾ ਵਾਅਦਾ ਵਾ ਲੋਕਾਂ ਦੇ ਨਾਲ, ਉਹਨੂੰ ਪੂਰਾ ਕਰਨ। ਔਰ ਜੇ ਉਹ ਵਾਅਦਾ ਨਹੀਂ ਪੂਰਾ ਕਰ ਸਕਦੇ ਤੇ ਲੋਕਾਂ ਤੋਂ ਮੁਆਫੀ ਮੰਗਣ। ਔਰ ਵਿਧਾਨ ਸਭਾ ਦੇ ਵਿੱਚ, ਕਿਉਂਕਿ ਵਿਧਾਨ ਸਭਾ 'ਚ ਇਹਨਾਂ ਇਹ ਵਾਅਦਾ ਕੀਤਾ ਸੀ ਵੀ ਅਸੀਂ ਕਿਸਾਨਾਂ ਦਾ ਸਾਰਾ ਕਰਜ਼ਾ ਜਿਹੜਾ ਵਾ ਮਾਫ ਕਰਨ ਵੱਲ ਵੱਧ ਰਹੇ ਹਾਂ, ਉਦੋਂ ਅਸੀਂ ਇਹਦੀ ਸ਼ਲਾਘਾ ਵੀ ਕੀਤੀ ਸੀ। ਸੋ ਵਿਧਾਨ ਸਭਾ ਤੋਂ ਵੀ ਇਹ ਸਰਕਾਰ ਜਿਹੜੀ ਆ ਔਰ ਕੈਪਟਨ ਅਮਰਿੰਦਰ ਸਿੰਘ ਮਾਫੀ ਮੰਗਣ। ਇਹਦੇ ਨਾਲ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਔਰ ਖੇਤ ਮਜ਼ਦੂਰਾਂ ਦੇ ਕਰਜ਼ੇ ਨੂੰ ਲੈ ਕੇ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕਰੀਬ 1.5 ਸਾਲ 'ਚ ਜੋ ਹਾਲ ਪਹਿਲੋਂ ਸੀਗਾ ਅਕਾਲੀ ਦਲ ਸਰਕਾਰ ਵੇਲੇ, ਉਹੀ ਹਾਲ ਹੋਣਾ। ਕਰੀਬ 500 ਲੋਕਾਂ ਨੇ, ਵੈਸੇ ਤਾਂ ਕੋਈ ਇਹਦੇ 'ਤੇ ਆંકੜੇ ਹੈ ਹੀ ਨਹੀਂ ਸਰਕਾਰ ਕੋਲ, ਕਰੀਬ 500 ਲੋਕਾਂ ਨੇ ਖੁਦਕਸ਼ੀ ਹੁਣ ਤੱਕ 1.5 ਸਾਲ ਦੇ ਵਿੱਚ ਕਰ ਲਈ ਆ। ਇਸ ਮਸਲੇ ਨੂੰ ਲੈ ਕੇ ਔਰ ਸਾਨੂੰ ਲੱਗਾ ਵੀ ਸਰਕਾਰ ਸ਼ਾਇਦ ਬੜੀ ਗੰਭੀਰ ਆ। ਉਹਨਾਂ ਨੇ ਇੱਕ ਹਾਊਸ ਦੀ ਕਮੇਟੀ ਦਾ ਗਠਨ ਕੀਤਾ ਸੀਗਾ, ਆਲ ਪਾਰਟੀ ਕਮੇਟੀ ਸੀਗੀ, ਜਿਹਦੇ 'ਚ ਸਾਡੀ ਪਾਰਟੀ ਵੱਲੋਂ ਨਾਜ਼ਰ ਸਿੰਘ ਮਾਨਸਈਆ ਉਸ ਕਮੇਟੀ ਦੇ ਮੈਂਬਰ ਸਨ। ਇਹ ਕਮੇਟੀ ਨੇ ਬਹੁਤ ਮਿਹਨਤ ਕੀਤੀ। ਮੇਰੇ ਤੋਂ ਬਾਅਦ ਨਾਜ਼ਰ ਸਿੰਘ ਮਾਨਸਈਆ ਦੱਸਣਗੇ ਵੀ ਇਹਨਾਂ ਨੇ ਉਹ ਰਿਪੋਰਟ ਬਣਾਉਣ ਵਾਸਤੇ ਕੀ ਕੀਤਾ, ਕਿੱਥੇ ਗਏ। ਉਹ ਰਿਪੋਰਟ ਜਿਹੜੀ ਆ ਉਹ ਪਿਛਲੇ ਮਾਰਚ ਦੇ ਸੈਸ਼ਨ ਦੇ ਵਿੱਚ ਅਖੀਰਲੇ ਦਿਨ ਟੇਬਲ ਵੀ ਕਰਤੀ ਗਈ, 28 ਮਾਰਚ ਨੂੰ ਟੇਬਲ ਵੀ ਕਰਤੀ ਗਈ। ਸਾਡੇ ਕਹਿਣ ਦੇ ਬਾਵਜੂਦ ਉੱਤੇ ਕੋਈ ਬਹਿਸ ਨਹੀਂ ਹੋਈ। ਉਸ ਤੋਂ ਬਾਅਦ ਇੱਕ ਸੈਸ਼ਨ ਆ ਗਿਆ, ਉਹਦੇ 'ਚ ਵੀ ਬਹਿਸ ਇੱਥੇ ਨਹੀਂ ਕਰਵਾਈ ਗਈ। ਔਰ ਇਹ ਜਿਹੜੀ ਕਮੇਟੀ ਦੀ ਰਿਪੋਰਟ ਸੀਗੀ, ਇਹਦੇ 'ਚ ਸ਼ਾਇਦ 65 ਜਾਂ 70 ਸਿਫਾਰਸ਼ਾਂ ਸੀ, 69 ਸਿਫਾਰਸ਼ਾਂ ਸੀ, ਰੈਕਮੈਂਡੇਸ਼ਨ ਸੀਗੀਆਂ। ਨਾ ਤੇ ਲੋਕਾਂ ਨੂੰ ਇਹ ਦੱਸਿਆ ਗਿਆ ਵੀ ਉਹ ਰੈਕਮੈਂਡੇਸ਼ਨਸ ਕੀ ਆ, ਨਾ ਉਹਨਾਂ ਦੇ ਕੋਈ ਬਹਿਸ ਹੋਈ। ਔਰ ਅੱਜ ਵੀ ਤੁਸੀਂ ਵੇਖ ਲਓ, ਆਲਮੋਸਟ ਰੋਜ਼ ਦੀਆਂ ਅਖਬਾਰਾਂ 'ਚ ਮੈਂ 22 ਤਰੀਕ ਦੀ ਇੱਕ ਖੁਦਕਸ਼ੀ ਵੇਖ ਰਿਹਾ ਸੀਗਾ, ਇੱਕ 23 ਤਰੀਕ ਦੀ ਖੁਦਕਸ਼ੀ ਵੇਖੀ ਆ ਅੱਜ ਦੀ ਅਖਬਾਰ ਦੇ ਵਿੱਚ। ਆਲਮੋਸਟ ਰੋਜ਼ ਦੇ ਖੁਦਕਸ਼ੀਆਂ ਜਿਹੜੀਆਂ ਵਾ ਇਹ ਹੋ ਰਹੀਆਂ ਵਾ। ਸੋ ਇਸ ਰਿਪੋਰਟ ਨੂੰ ਅਸੀਂ ਚਾਹੁੰਦੇ ਹਾਂ ਵੀ ਉਹਨੂੰ ਟੇਬਲ ਕਰਕੇ ਉਹਦੇ 'ਤੇ ਬਹਿਸ ਕਰਵਾਈ ਜਾਵੇ ਔਰ ਉਹਦੇ 'ਤੇ ਇੱਕ ਪ੍ਰੋਪਰ ਪਾਲਿਸੀ ਬਣੇ ਵੀ ਇਹ ਜਿਹੜੇ ਖੁਦਕਸ਼ੀ ਕਰ ਰਹੇ ਆ ਇਹਦੇ ਨਾਲ ਕਿਵੇਂ ਅਸੀਂ ਨਜਿੱਠਣਾ ਵਾ, ਇਹਨਾਂ ਨੂੰ ਰੋਕਣਾ ਕਿਵੇਂ ਆ। ਕਿਉਂਕਿ ਸਿਰਫ ਖੁਦਕਸ਼ੀ ਤੋਂ ਦੇਣ ਤੋਂ ਹੋਣ ਤੋਂ ਬਾਅਦ ਕਿਸੇ ਨੂੰ 2 ਲੱਖ ਰੁਪਈਆ ਜਾਂ 1.5 ਲੱਖ ਰੁਪਈਆ, ਜਾਂ ਹੁਣ ਤਾਂ ਵੈਸੇ ਉਹ ਵੀ ਦੇਣੋਂ ਹਟ ਗਿਆ, ਉਹਦੇ ਬਾਰੇ ਵੀ ਅਨਾਊਂਸਮੈਂਟ ਨਹੀਂ ਸੁਣੀ। ਹੁਣ ਤਾਂ ਉਹਨਾਂ ਦੇ ਘਰਾਂ 'ਚ ਕੋਈ ਜਾਂਦਾ ਵੀ ਨਹੀਂਗਾ। ਸੋ ਇਹ ਹਾਲਤ ਹੋ ਗਈ ਆ। ਇਸ ਮਸਲੇ 'ਤੇ ਇੱਕ ਪ੍ਰੋਪਰ ਬਹਿਸ ਹੋਣੀ ਚਾਹੀਦੀ ਆ। ਔਰ ਇਹਦੇ ਨਾਲ
ਤੁਹਾਨੂੰ ਯਾਦ ਹੋਊਗਾ ਜੂਨ ਦੇ ਵਿੱਚ ਪੰਜਾਬ ਸਟੇਟ ਫਾਰਮਰਸ ਪਾਲਿਸੀ ਇੱਕ ਬਣੀ ਸੀ। ਇਸ ਤੋਂ ਪਹਿਲਾਂ ਡਰਾਫਟ ਪਾਲਿਸੀ ਬਣੀ ਸੀ। ਇਸ ਤੋਂ ਪਹਿਲਾਂ ਇੱਕ ਫਾਰਮਰਸ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਅਜੇ ਵੀਰ ਜਾਖੜ ਉਹਦੇ ਚੇਅਰਮੈਨ ਬਣੇ ਸਨ। ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ, ਸਾਰੀਆਂ ਜਿਹੜੇ MLAs ਆ, ਸਾਨੂੰ ਆ ਕਾਪੀਜ਼ ਦਿੱਤੀਆਂ ਗਈਆਂ। ਸਾਨੂੰ ਕਿਹਾ ਗਿਆ ਵੀ ਆਪਣੀਆਂ ਇਹਦੇ 'ਤੇ ਸਿਫਾਰਿਸ਼ਾਂ ਦਿਓ, ਆਪਣੀਆਂ ਇਹਦੇ 'ਤੇ ਵਿਚਾਰ ਦੱਸੋ। ਅਸੀਂ ਆਪਣੇ ਵਿਚਾਰ ਵੀ ਭੇਜੇ, ਇਹਨੂੰ ਪੜ੍ਹ ਕੇ ਆਪਣਾ ਸਮਾਂ ਲਾ ਕੇ ਜਿੰਨੇ ਐਕਸਪਰਟਸ ਆ ਉਹਨਾਂ ਨਾਲ ਡਿਸਕਸ਼ਨ ਕਰਕੇ ਆਪਣੇ ਵਿਚਾਰ ਵੀ ਦਿੱਤੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਪਿਛਲੀ ਸੈਸ਼ਨ ਦੇ ਵਿੱਚ ਨਾ ਤੇ ਇਹ ਡਰਾਫਟ ਪਾਲਿਸੀ ਦੀ ਕੋਈ ਬਹਿਸ ਹੋਈ ਆ, ਨਾ ਅਸੀਂ ਜਿਹੜੇ ਸੁਝਾਅ ਦਿੱਤੇ ਉਸ ਤੋਂ ਬਾਅਦ ਸਾਨੂੰ ਕੋਈ ਖਬਰ ਹੀ ਆ ਵੀ ਉਹਦਾ ਕੀ ਬਣਿਆ। ਹਾਲਾਂਕਿ ਅਸੀਂ ਕਈ ਖਦਸ਼ੇ ਜ਼ਾਹਿਰ ਕੀਤੇ ਸੀ, ਕਿਉਂਕਿ ਇਹਦੇ 'ਤੇ ਇਸ ਰਿਪੋਰਟ ਦੇ ਵਿੱਚ ਕੁਝ ਲੋਕਾਂ 'ਤੇ ਇਹ ਕਹਿ ਕੇ ਵੀ ਵੱਡੇ ਕਿਸਾਨਾਂ 'ਤੇ ਅਸੀਂ ਬਿਜਲੀ ਦੇ ਬਿੱਲ ਲਾਉਣ ਜਾ ਰਹੇ ਹਾਂ, ਇਹਦਾ ਵੀ ਜ਼ਿਕਰ ਸੀ। ਇਹਦੇ 'ਤੇ ਅਸੀਂ ਸਰਕਾਰ ਨੂੰ ਕਿਹਾ ਵੀ ਇਹ ਬਿਲਕੁਲ ਨਾ ਕਰਿਓ, ਜਿੰਨਾ ਚਿਰ ਤੱਕ ਕਿਸਾਨੀ ਨੂੰ ਰਾਹਤ ਨਹੀਂ ਮਿਲਦੀ ਉਹਨਾਂ ਚਿਰ ਤੱਕ ਕਿਸੇ ਤਰੀਕੇ ਦਾ ਬਿੱਲ ਨਹੀਂ ਲੱਗਣਾ ਚਾਹੀਦਾ। ਇਹਦੇ 'ਚ ਹੋਰ ਵੀ ਬਹੁਤ ਸਾਰੀਆਂ ਮੈਂ ਕਹੂੰਗਾ ਖਤਰਨਾਕ ਸਿਫਾਰਿਸ਼ਾਂ ਵਾ। ਇੱਕ ਹੈ ਵੀ 2-3 ਜਿਹੜੇ ਮਿਨਿਸਟਰਸ ਆ, ਮੰਤਰਾਲੇ ਆ, ਉਹਨਾਂ ਨੂੰ ਇਕੱਠੇ ਮਿਲਾਤਾ ਜਾਵੇ, ਐਗਰੀਕਲਚਰ, ਐਨੀਮਲ ਹਸਬੈਂਡਰੀ ਵਗੈਰਾ ਵਗੈਰਾ ਨੂੰ, ਔਰ ਉਹਨਾਂ ਨੂੰ ਮਿਲਾ ਕੇ ਇੱਕ ਐਡੀਸ਼ਨਲ ਸੈਕਟਰੀ ਲੈਵਲ ਦਾ, ਐਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਅਫਸਰ ਜਿਹੜਾ ਵਾ ਉਹ ਕੋਆਰਡੀਨੇਸ਼ਨ ਕਰੂਗਾ। ਇਹ ਬਹੁਤ ਖਤਰਨਾਕ ਚੀਜ਼ ਆ। ਇਹ ਇੱਕ ਤਰੀਕੇ ਨਾਲ ਬਿਊਰੋਕ੍ਰੇਸੀ ਨੂੰ ਮਿਨਿਸਟਰਾਂ ਦੇ ਅਧਿਕਾਰ ਦੇਣ ਵਾਲੀ ਗੱਲ ਹੈ। ਇਹਦੀ ਵੀ ਅਸੀਂ ਨਿੰਦਾ ਕਰਦੇ ਹਾਂ ਔਰ ਅਸੀਂ ਇਹਦੇ 'ਤੇ ਕਿਹਾ ਸੀ ਵੀ ਇੱਥੇ ਪ੍ਰੋਪਰ ਬਹਿਸ ਕਰੋ। ਅੱਜ ਤੱਕ ਇੱਥੇ ਬਹਿਸ ਨਹੀਂ ਹੋਈ। ਅਸੀਂ ਚਾਹੁੰਦੇ ਹਾਂ ਵੀ ਇਹ 3-4 ਮਸਲਿਆਂ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ, ਸੁਸਾਈਡਸ ਨੂੰ ਲੈ ਕੇ, ਖੁਦਕਸ਼ੀਆਂ ਨੂੰ ਲੈ ਕੇ, ਔਰ ਆ ਜਿਹੜੀ ਫਾਰਮਰਸ ਡਰਾਫਟ ਪਾਲਿਸੀ ਹੈ ਇਹਨੂੰ ਲੈ ਕੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਵਾ ਉਹ ਸੱਦਿਆ ਜਾਵੇ। ਇਸ ਤੋਂ ਪਹਿਲਾਂ ਕਿ ਮੈਂ ਮਾਈਕ ਨਾਜ਼ਰ ਸਿੰਘ ਮਾਨਸਈਆ ਨੂੰ ਦੇਵਾਂ, ਮੈਂ ਇੱਕ ਚੀਜ਼ ਹੋਰ ਤੁਹਾਨੂੰ ਜ਼ਿਕਰ ਕਰਨਾ ਚਾਹੁੰਦਾ ਵਾਂ ਕਿ ਆ ਜਿਹੜੀਆਂ ਬੇਮੌਸਮੀ ਬਾਰਿਸ਼ਾਂ ਹੋਈਆਂ ਜਿਹੜੀਆਂ, ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸਾਡੇ MLA ਸਾਥੀ ਦੱਸਣਗੇ ਵੀ ਇਹਨਾਂ ਦੇ ਆਪਣੇ ਆਪਣੇ ਹਲਕੇ 'ਚ ਕਿੰਨਾ ਵੱਡਾ ਨੁਕਸਾਨ ਹੋਇਆ। ਨਰਮੇ ਦੀ ਫਸਲ ਬਰਬਾਦ ਹੋ ਗਈ ਆ, ਕਰੀਬ ਪੂਰੀ ਫਸਲ ਬਰਬਾਦ ਹੋ ਗਈ ਆ। ਝੋਨਾ ਬਰਬਾਦ ਹੋ ਗਿਆ, ਬਾਸਮਤੀ ਕਈ ਥਾਵਾਂ 'ਤੇ ਹਜ਼ਾਰਾਂ ਏਕੜ ਜਿਹੜੀ ਆ ਉਹ ਰੁੜ ਗਈ ਆ। ਇਹਦੇ 'ਤੇ ਅਸੀਂ ਮੰਗ ਕਰਦੇ ਹਾਂ ਵੀ 20,000 ਰੁਪਈਆ ਪ੍ਰਤੀ ਏਕੜ ਦਾ ਮੁਆਵਜ਼ਾ ਜਿਹੜਾ ਵਾ ਇਹਨਾਂ ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇ। ਔਰ ਜਿਨ੍ਹਾਂ ਦੇ ਘਰ ਢਹਿ ਗਏ ਆ, ਕਿਉਂਕਿ ਕਈ ਥਾਵਾਂ 'ਤੇ ਦਰਿਆ ਜਿਹੜਾ ਵਾ ਉਹਨਾਂ ਨੇ ਰਸਤਾ ਬਦਲ ਕੇ ਲੋਕਾਂ ਦੇ ਬਹੁਤ ਸਾਰੇ ਘਰ ਡਿੱਗ ਪਏ ਆ, ਉਹਨਾਂ ਦੀ ਵੀ ਇੱਕ ਜਲਦੀ ਤੋਂ ਜਲਦੀ ਸਰਵੇ ਕਰਵਾ ਕੇ ਉਹਨਾਂ ਨੂੰ ਵੀ ਉਹਦਾ ਸਹੀ ਮੁਆਵਜ਼ਾ ਜਿਹੜਾ ਵਾ ਇਹ ਦਿੱਤਾ ਜਾਵੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਜੇ ਜਿਹੜੀਆਂ ਚੋਣਾਂ ਹੁਣ ਤੱਕ ਹੋਈਆਂ, 2014 ਦੀਆਂ ਚੋਣਾਂ ਔਰ ਫਿਰ ਉਸ ਤੋਂ ਬਾਅਦ 2017 ਦੀਆਂ ਚੋਣਾਂ, ਇਹਨਾਂ ਚੋਣਾਂ ਦੇ ਵਿੱਚ ਸਾਨੂੰ ਬਾਹਰ ਵਸਦੇ ਪੰਜਾਬੀਆਂ ਤੋਂ ਬਹੁਤ ਸਪੋਰਟ ਆਈ ਸੀ, ਹਰ ਤਰ੍ਹਾਂ ਦੀ ਸਪੋਰਟ ਆਈ ਸੀ। ਔਰ ਸਾਨੂੰ ਅਫਸੋਸ ਨਾਲ ਇਹ ਕਹਿਣਾ ਪੈਂਦਾ ਵਾ, ਸਾਨੂੰ ਬੜਾ ਦੁੱਖ ਹੋਇਆ ਕਿ ਜਿੰਨੇ NRI ਚੈਪਟਰ ਸੀ ਬਾਹਰ, 43 ਚੈਪਟਰ ਸੀਗੇ, ਉਹਨਾਂ ਨੂੰ ਸਾਨੂੰ ਪੰਜਾਬ ਦੀ ਯੂਨਿਟ ਨੂੰ ਬਿਨਾਂ ਪੁੱਛੇ ਇਹਨਾਂ ਸਾਰੇ ਚੈਪਟਰਸ ਨੂੰ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ 43 ਚੈਪਟਰ ਸੀਗੇ, ਇਹਨਾਂ ਨੂੰ ਭੰਗ ਕਰਤਾ ਗਿਆ। ਸਾਨੂੰ ਲਗਾਤਾਰ ਉੱਥੋਂ ਫੋਨ ਆ ਰਹੇ ਆ ਵੀ ਦੱਸੋ ਸਾਡੇ ਵਾਸਤੇ ਹੁਣ ਕੀ ਆਦੇਸ਼ ਆ। ਸੋ ਇਹਨਾਂ ਦੀਆਂ ਭਾਵਨਾਵਾਂ ਨੂੰ ਮਨ ਦੇ ਵਿੱਚ ਰੱਖਦੇ ਹੋਏ, ਧਿਆਨ 'ਚ ਰੱਖਦੇ ਹੋਏ, ਆਮ ਆਦਮੀ ਪਾਰਟੀ ਦੀ ਪੰਜਾਬ ਦੀ PAC ਜਿਹੜੀ ਆ, ਪੋਲੀਟੀਕਲ ਅਫੇਅਰਸ ਕਮੇਟੀ, ਇਹ ਸਾਰੇ 43 ਦੇ 43 ਚੈਪਟਰਸ, NRI ਚੈਪਟਰਸ ਨੂੰ ਰਿਵਾਈਵ ਕਰਦੀ ਆ, ਬਹਾਲ ਕਰਦੀ ਆ। ਔਰ ਜਿੱਥੇ ਜਿੱਥੇ ਚੈਪਟਰਸ ਬਣਾਉਣ ਦੀ ਲੋੜ ਆ, ਉਹ ਅਗਲੇ ਦਿਨਾਂ ਦੇ ਵਿੱਚ ਉਹ ਚੈਪਟਰ ਬਣਾਏ ਵੀ ਜਾਣਗੇ। ਔਰ ਅਸੀਂ ਉਹਨਾਂ ਨੂੰ ਇਹ ਵੀ ਪਹੁੰਚ ਕਰ ਰਹੇ ਉਹਨਾਂ ਤੱਕ ਕਿ ਤੁਸੀਂ ਸਾਨੂੰ 3 ਮੈਂਬਰਸ ਦੀ ਕਮੇਟੀ ਦਿਓ ਜਿਹੜੀ ਸਾਡੀ PAC ਦੇ ਵਿੱਚ ਸਪੈਸ਼ਲ ਇਨਵਾਈਟੀ ਹੋਣਗੇ। NRI ਅਸੀਂ ਚਾਹੁੰਦੇ ਹਾਂ ਵੀ ਜਿਹੜੇ NRIs ਹੈ, ਜਿਹੜੇ ਸਾਡੇ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਇੰਨੇ ਵੱਡੇ ਪੱਧਰ 'ਤੇ ਮਦਦ ਕਰਦੇ ਆ, ਉਹਨਾਂ ਨੂੰ ਕੋਈ ਅਸੀਂ ਸਟੇਕ ਹੋਲਡਰ ਵੀ ਬਣਾਈਏ ਆਪਣੇ ਪੰਜਾਬ ਦੀ, ਆਪਣੀ ਰਣਨੀਤੀ ਦੇ ਵਿੱਚ, ਜੋ ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਾਂ। ਮੈਂ ਹੁਣ ਰਿਕੁਐਸਟ ਕਰੂੰਗਾ ਨਾਜ਼ਰ ਸਿੰਘ ਮਾਨਸਈਆ ਨੂੰ ਇਹ ਦੱਸਣ ਵੀ ਇਹਨਾਂ ਦੀਆਂ ਸਿਫਾਰਿਸ਼ਾਂ ਕੀ ਸੀਗੀਆਂ ਜਿਹੜੀਆਂ ਸੁਸਾਈਡਸ ਦੇ ਉੱਪਰ ਦਿੱਤੀਆਂ ਸੀ। ਚੇਅਰ ਖਿੱਚ ਲਓ ਨਾਜ਼ਰ। ਸਾਰੇ ਪੱਤਰਕਾਰ ਵੀਰਾਂ ਨੂੰ ਮੈਂ ਸਤਿ ਸ਼੍ਰੀ ਅਕਾਲ ਅਰਜ਼ ਕਰਦਾ। ਉੱਚੀ ਬੋਲੋ। ਕਾਫੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਪਿਛਲੀ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਵਾਅਦੇ ਕੀਤੇ ਸੀ, ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਵੀ ਕੁਝ ਲੋਕਾਂ ਨਾਲ ਕਮਿਟਮੈਂਟਸ ਕੀਤੀਆਂ ਸੀ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਖੁਦਕੁਸ਼ੀ ਪੀੜਤ ਕਿਸਾਨਾਂ ਨੂੰ ਕੋਈ ਮੁਆਵਜ਼ੇ ਦਿੱਤੇ ਜਾਣਗੇ ਤੇ ਨਾਲ ਫਸਲਾਂ ਦੇ ਰੇਟ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਹਦੇ ਕਰਕੇ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀ ਦੇ ਰਾਹ ਨਾ ਪੈਣ। ਉਹਨਾਂ ਦਾ ਮੁੱਦਾ ਵੀ ਫਿਰ
ਸਾਡੇ ਉਸ ਵੇਲੇ ਦੇ ਓਪੋਜੀਸ਼ਨ ਲੀਡਰ ਫੂਲਕਾ ਸਾਹਿਬ ਨੇ ਵਿਧਾਨ ਸਭਾ 'ਚ ਉਠਾਇਆ ਸੀ ਕਿਸਾਨ ਖੁਦਕੁਸ਼ੀਆਂ ਤੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀਆਂ ਖੁਦਕੁਸ਼ੀਆਂ ਦਾ, ਤਾਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਇੱਕ ਕਮੇਟੀ ਕੰਸਟੀਟਿਊਟ ਕੀਤੀ ਸੀ ਪਿਛਲੇ ਸਾਲ ਬਜਟ ਸੈਸ਼ਨ ਦੇ ਜੁਲਾਈ ਸੈਸ਼ਨ 'ਚ। ਤਾਂ ਉਹਦੇ ਵਿੱਚ ਸਾਡੀ ਪਾਰਟੀ ਵੱਲੋਂ ਮੈਨੂੰ ਮੈਂਬਰ ਬਣਾਇਆ ਗਿਆ ਸੀ। ਤਾਂ ਅਸੀਂ ਉਹ ਜਿਹੜੇ 5 ਮੈਂਬਰ ਸੀ ਕਮੇਟੀ ਦੇ, ਤਕਰੀਬਨ 7-8 ਮਹੀਨੇ ਮਿਹਨਤ ਕਰਕੇ ਇੱਕ ਰਿਪੋਰਟ 28 ਮਾਰਚ 2018 ਨੂੰ ਸਦਨ ਦੇ ਵਿੱਚ ਪੇਸ਼ ਕੀਤੀ ਸੀ। ਇਸ ਜਿਹੜੀ ਰਿਪੋਰਟ ਹੈਗੀ ਹੈ ਇਹਦੇ ਵਿੱਚ ਕਮੇਟੀ ਨੇ 69 ਰਿਕਮੈਂਡੇਸ਼ਨ ਦਿੱਤੀਆਂ 69, ਜਿਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਰਿਕਮੈਂਡੇਸ਼ਨਸ ਨੇ ਜਿਹਦੇ ਵਿੱਚ ਸਰਕਾਰ ਨੂੰ ਕੋਈ ਫੰਡਸ ਦੀ ਲੋੜ ਹੋ ਸਕਦੀ ਹੈ, ਬਟ ਕੁਝ ਰਿਕਮੈਂਡੇਸ਼ਨਸ ਇਸ ਤਰ੍ਹਾਂ ਦੀਆਂ ਸੀਗੀਆਂ ਜਿਹਦੇ ਵਿੱਚ ਕਿਸਾਨਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਰੋਜ਼ਮਰਰਾ ਦੀਆਂ ਜੋ ਸਮੱਸਿਆਵਾਂ ਨੇ, ਜੋ ਖੱਜਲ ਖੁਆਰੀ ਹੈ, ਉਹ ਤੋਂ ਨਿਜਾਤ ਦਿਵਾਉਣ ਲਈ ਅਸੀਂ ਰਿਕਮੈਂਡੇਸ਼ਨ ਕੀਤੀ ਸੀ, ਤੇ ਤਾਂ ਕਿ ਕੋਈ ਖਜ਼ਾਨੇ ਤੇ ਬੋਝ ਵੀ ਨਾ ਪਵੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਵੀ ਸਾਰੀ ਰਿਪੋਰਟ ਤੇ ਕੋਈ ਐਕਸ਼ਨ ਟੇਕਨ ਰਿਪੋਰਟ ਤਾਂ ਸਰਕਾਰ ਨੇ ਕੀ ਫਾਈਲ ਕਰਨੀ ਸੀ ਵਿਧਾਨ ਸਭਾ ਦੇ ਵਿੱਚ, ਪਰ ਇਸ 'ਤੇ ਨਾ ਬਹਿਸ ਕਰਾਈ ਗਈ ਤੇ ਨਾ ਹੀ ਇਸ ਨੂੰ ਬਹੁਤਾ ਹਾਈਲਾਈਟ ਕੀਤਾ ਗਿਆ ਕੀ ਕਮੇਟੀ ਦੀਆਂ ਰਿਕਮੈਂਡੇਸ਼ਨਸ ਨੇ ਤੇ ਕੀ ਉਹ ਬਣਨ ਜਾ ਰਹੇ ਨੇ। ਹੁਣ ਇਹਦੇ ਵਿੱਚੋਂ ਮੇਨਲੀ ਜਿਹੜੀ ਰਿਕਮੈਂਡੇਸ਼ਨ ਸੀ ਕਿਸਾਨਾਂ ਨਾਲ ਖਾਸ ਕਰਕੇ ਜਿਹੜੀਆਂ ਕਹਿ ਲਓ ਖੱਜਲ ਖੁਆਰੀ ਹੁੰਦੀ ਹੈ, ਜਿਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਹੈ, ਹੁਣ ਇਸ ਵੇਲੇ ਕੰਪਿਊਟਰਾਈਜੇਸ਼ਨ ਜਦੋਂ ਤੋਂ ਸ਼ੁਰੂ ਕੀਤੀ ਹੈ ਤਾਂ ਕੁਝ ਖਾਸ ਕਿਸਮ ਦੀਆਂ ਗਲਤੀਆਂ ਰੋਜ਼ ਜਾਣੀ ਮਤਲਬ ਕਿ ਰਿਪੀਟ ਹੋ ਰਹੀਆਂ ਨੇ। ਖਾਸ ਕਰਕੇ ਜਿਵੇਂ ਕਿਸਾਨਾਂ ਦੇ ਆਪ ਦੀ ਮਲਕੀਅਤ ਦੇ ਨਾਂ ਗਲਤ ਛਾਪ ਦੇਣੇ, ਉਹਨਾਂ ਦੇ ਹਿੱਸੇ ਗਲਤ ਛਾਪ ਦੇਣੇ, ਤਾਂ ਉਹਦੇ ਲਈ ਜਦੋਂ ਉਹ ਅਪਰੋਚ ਕਰਦੇ ਨੇ, ਕੋਈ ਖਰੀਦੋ ਫਰੋਖਤ ਕਰਨੀ ਹੁੰਦੀ ਹੈ, ਜ਼ਮੀਨ ਦੀ ਵਿਰਾਸਤ ਦਾ ਇੰਤਕਾਲ ਦੇਣਾ ਹੈ, ਤਾਂ ਉੱਥੇ ਜਾ ਕੇ ਪਤਾ ਲੱਗਦਾ ਹੈ ਵੀ ਉਹਨਾਂ ਦੇ ਨਾਂ 'ਤੇ ਉਨੀ ਜ਼ਮੀਨ ਨਹੀਂ ਹੈ ਜਿੰਨੀ ਉਹਨਾਂ ਕੋਲ ਹੈ, ਜਾਂ ਉਹਨਾਂ ਨੂੰ ਜਿਹੜਾ ਨਾਂ ਜਿਸ ਨਾਂ 'ਤੇ ਮਲਕੀਅਤ ਹੈ ਉਹ ਨਾਂ ਹੀ ਗਲਤ ਛਾਪਿਆ ਹੋਇਆ। ਤਾਂ ਉੱਥੇ ਕਿਸਾਨਾਂ ਨੂੰ ਇੰਨੀ ਖੱਜਲ ਖੁਆਰੀ ਹੁੰਦੀ ਹੈ ਸਿਰਫ ਨਾਂ ਦੀ ਦਰੁਸਤੀ ਕਰਾਉਣ ਵਾਸਤੇ ਆਪਦੇ ਰਿਕਾਰਡ ਦੇ ਵਿੱਚ, ਜਿਹੜੀ ਕਿ ਜਦੋਂ ਚਾਹੀਦਾ ਹੈ ਵੀ ਸਰਕਾਰੀ ਮੁਲਾਜ਼ਮ ਜਦੋਂ ਉਹਨਾਂ ਦੇ ਧਿਆਨ 'ਚ ਲਿਆਂਦਾ ਜਾਂਦਾ ਹੈ ਉਸ ਗਲਤੀ ਪਿੱਛੇ ਮਾਫੀ ਮੰਗਣ ਤੇ ਉਹਨੂੰ ਰੈਕਟੀਫਾਈ ਕਰਕੇ ਤੁਰੰਤ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਰਾਹਤ ਦੇਣ। ਪਰ ਅਫਸੋਸ ਹੈ ਵੀ ਇਸ ਵੇਲੇ ਜਾਣੀ ਮਤਲਬ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਤਕਰੀਬਨ ਜਿਹੜੇ ਸੈਂਕੜੇ ਕੇਸ ਇਸ ਤਰ੍ਹਾਂ ਦੇ ਲਟਕ ਰਹੇ ਨੇ ਜਿੱਥੇ ਸਿਰਫ ਉਹਨਾਂ ਨੇ ਨਾਂ ਦੀ ਦਰੁਸਤੀ ਕਰਾਉਣੀ ਹੈ, ਜਿਹੜਾ ਕਿ ਕਲੀਅਰ ਕੱਟ ਜਿਹੜਾ ਡਾਕੂਮੈਂਟ ਪਹਿਲਾਂ ਦਿੱਤਾ ਗਿਆ ਉਹ 'ਚ ਸਾਫ਼ ਹੈਗਾ ਵੀ ਹਾਂ ਆਹ ਨਾਂ ਸੀ, ਜੇ ਤਾਰਾ ਸਿੰਘ ਸੀ ਤਾਂ ਤਾਰਾ ਸਿੰਘ ਲਿਖਿਆ ਹੋਇਆ, ਪਰ ਉੱਥੇ ਜਾ ਕੇ ਜਦੋਂ ਉਹ ਇੰਤਕਾਲ ਚੜਾਉਂਦੇ ਨੇ ਉੱਥੇ ਸਰਦਾਰਾ ਸਿੰਘ ਲਿਖ ਦਿੰਦੇ ਨੇ, ਤੇ ਉਹ ਦਰੁਸਤੀ ਕਰਾਉਣ ਵਾਸਤੇ ਸਰਦਾਰਾ ਸਿੰਘ ਤੋਂ ਤਾਰਾ ਸਿੰਘ ਬਣ ਲਈ ਉਹਨਾਂ ਨੂੰ ਕਈ ਸਾਲ ਲੱਗ ਜਾਂਦੇ ਨੇ। ਉਹਦੇ ਵਿੱਚ ਕਿਸੇ ਫੰਡਾਂ ਦੀ ਲੋੜ ਨਹੀਂ, ਕਿਸੇ ਖਜ਼ਾਨੇ ਦੀ ਲੋੜ ਨਹੀਂ, ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਜ਼ਿਮੀਂਦਾਰਾਂ ਨੂੰ ਦੇਣੀਆਂ ਖੱਜਲ ਖਾਰੀ ਤੋਂ ਬਚਾਉਣ ਵਾਸਤੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ। ਦੂਜੇ ਪਾਸੇ ਇਰੀਗੇਸ਼ਨ ਡਿਪਾਰਟਮੈਂਟ ਹੈ, ਉੱਥੇ ਖਾਸ ਕਰਕੇ ਮਾਲਵੇ ਦਾ ਜਿਹੜਾ ਏਰੀਆ ਹੈ ਉਹ ਤੁਹਾਨੂੰ ਪਤਾ ਵੀ ਉੱਥੇ ਜਿਹੜਾ ਨਹਿਰੀ ਪਾਣੀ ਹੈ ਕਿੱਡਾ ਮਹੱਤਵ ਰੱਖਦਾ ਹੈ ਖੇਤੀਬਾੜੀ ਲਈ, ਕਿਉਂਕਿ ਪਾਣੀ ਦੀ ਸ਼ਾਰਟੇਜ ਹੈ। ਜਿੰਨਾ ਕੁ ਪਾਣੀ ਗਰਾਊਂਡ ਦੇ ਵਿੱਚ ਅਵੇਲੇਬਲ ਹੈ ਉਹ ਮਿਆਰੀ ਨਹੀਂ ਹੈਗਾ ਫਸਲਾਂ ਨੂੰ ਲਾਉਣ ਲਈ, ਠੀਕ ਨਹੀਂ ਹੈ ਪਾਣੀ ਉਹਦੇ 'ਚ ਜ਼ਿਆਦਾ ਹੈ ਆਪਣੇ ਫਲੋਰਾਈਡਸ ਵਗੈਰਾ ਜੋ ਜਿਹੜੀਆਂ ਫਸਲਾਂ ਨੂੰ ਉਹ ਤਬਾਹ ਕਰ ਦਿੰਦੇ ਨੇ, ਜ਼ਮੀਨ ਨੂੰ ਖੜਾ ਦਿੰਦੇ ਨੇ। ਤਾਂ ਉਹਦੇ ਲਈ ਵੀ ਇਹੀ ਸਿਫਾਰਿਸ਼ ਸੀ ਵੀ ਜਿਹੜੇ ਨਹਿਰੀ ਮਹਿਕਮੇ ਦੇ ਵਿੱਚ ਜਾਂ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿੰਨੇ ਕੇਸ ਜ਼ਿਮੀਂਦਾਰਾਂ ਦੇ ਚੱਲਦੇ ਨੇ ਉਹ ਸਮਾਂਬੱਧ ਤਰੀਕੇ ਨਾਲ ਨਿਪਟਾਏ ਜਾਣ, ਕਿਉਂਕਿ ਪਿਛਲੇ ਵਾਰੀ ਮੈਂ ਵਿਧਾਨ ਸਭਾ ਦੇ ਵਿੱਚੋਂ ਇੱਕ ਕੁਐਸਚਨ ਰੱਖ ਕੇ ਜਾਣੀ ਪੁੱਛਿਆ ਸੀਗਾ ਇਨਫੋਰਮੇਸ਼ਨ ਇਰੀਗੇਸ਼ਨ ਮਿਨਿਸਟਰ ਤੋਂ ਵੀ ਕਿੰਨੇ ਕੁ ਕੇਸ ਪੈਂਡਿੰਗ ਨੇ। 5 ਸਾਲ ਤੋਂ ਉੱਪਰ ਜ਼ਿਮੀਂਦਾਰਾਂ ਦੇ ਕੇਸ ਪੈਂਡਿੰਗ ਜਿਹੜੇ ਇਰੀਗੇਸ਼ਨ ਡਿਪਾਰਟਮੈਂਟ ਚੱਲ ਰਹੇ ਨੇ, ਨੱਕਿਆਂ ਨਾਲ ਸੰਬੰਧਿਤ, ਪੂਲੀਆਂ ਨਾਲ ਸੰਬੰਧਿਤ, ਪਾਣੀ ਟਰਾਂਸਫਰ ਕਰਾਉਣ ਸੰਬੰਧਿਤ, ਕੋਈ ਰਕਬਾ ਟਰਾਂਸਫਰ ਕਰਾਇਆ ਉਹਨਾਂ ਨੇ ਇੱਕ ਮੋਗੇ ਤੋਂ ਦੂਜੇ ਤੋਂ, ਉਸ ਤਰ੍ਹਾਂ ਦੇ ਸੈਂਕੜੇ ਕੇਸ ਨੇ ਜਿਨ੍ਹਾਂ ਨੂੰ ਜੇ ਸਰਕਾਰ ਚਾਹੇ ਨਿਪਟਾਉਣਾ ਸਮਾਬੱਧ ਤਰੀਕੇ ਨਾਲ, ਕਿਸੇ ਫੰਡ ਦੀ ਲੋੜ ਨਹੀਂ, ਕਿਸੇ ਖਜ਼ਾਨੇ ਦੀ ਲੋੜ ਨਹੀਂ, ਜੇ ਸਰਕਾਰ ਉਹ ਵੀ ਕਰਨ ਨੂੰ ਤਿਆਰ ਨਹੀਂ ਤਾਂ ਇਸ ਤੋਂ ਆਪਾਂ ਸਰਕਾਰ ਦੀ ਨੀਅਤ ਦਾ ਅੰਦਾਜ਼ਾ ਭਲੀ ਭਾਂਤ ਲਗਾ ਸਕਦੇ ਹਾਂ ਕਿ ਉਹ ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ ਕੋਈ ਰਾਹਤ ਦੇਣ ਨੂੰ ਤਿਆਰ ਨਹੀਂ ਹੈ। ਉਹ ਜਿਹੜੀ ਰਿਪੋਰਟ ਹੈ ਅਸੀਂ ਡਿਮਾਂਡ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਹੈ ਤੇ ਐਕਸ਼ਨ ਟੇਕਨ ਰਿਪੋਰਟ ਹੈ ਜਿਹੜੀ ਉਹ ਪਬਲਿਕ ਕਰੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜੋ ਕਮੇਟੀ ਨੇ ਸਿਫਾਰਿਸ਼ਾਂ ਦਿੱਤੀਆਂ ਸੀ ਉਹਨਾਂ ਦਾ ਕੀ ਹੋ ਰਿਹਾ, ਕੀ ਉਹਨੂੰ ਰਾਹਤ ਦੇਣ ਲਈ ਸਰਕਾਰ ਸੀਰੀਅਸ ਹੈ ਜਾਂ ਨਹੀਂ ਹੈ। ਧੰਨਵਾਦ। ਸਾਰੇ ਭਰਾਵਾਂ ਦਾ ਧੰਨਵਾਦ। ਮੈਂ ਤਾਂ ਸਿਰਫ ਇਹੀ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਸਮੇਂ ਦੇ ਦੌਰਾਨ ਕਿਸਾਨ ਸੀ, ਜਿਹੜਾ ਖੇਤ ਮਜ਼ਦੂਰ ਸੀ, ਉਹ ਟੁੱਟ ਚੁੱਕਿਆ, ਕਿਉਂਕਿ ਪਿਛਲੀਆਂ ਸਰਕਾਰਾਂ ਨੇ
ਕਿਤੇ ਵੀ ਕਿਸਾਨ ਨੂੰ ਕੋਈ ਰਾਹਤ ਨਹੀਂ ਦਿੱਤੀ, ਚੰਗੇ ਭਾਅ ਨਹੀਂ ਮਿਲੇ ਫਸਲਾਂ ਦੇ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਿਆ। ਤੇ ਆ ਹੁਣ 22 ਤਰੀਕ ਤੋਂ 24 ਤਰੀਕ ਤੱਕ ਤਾਂ ਸਾਡੇ ਮਾਲਵੇ ਦੇ ਖੇਤਰ 'ਚ ਏਡੀ ਵੱਡੀ ਬਾਰਿਸ਼ ਹੋਈ ਕਿ ਬਹੁਤ ਸਾਰੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਮੇਰੇ ਏਰੀਏ 'ਚ ਬਠਿੰਡੇ ਵੱਲ ਕਾਟਨ ਬੈਲਟ ਹੈ ਸਾਡੀ, ਨਰਮਾ ਉਗਾਇਆ ਜਾਂਦਾ ਹੈ, ਜਿੱਥੇ ਨਰਮੇ ਦੀ ਫਸਲ ਤਕਰੀਬਨ ਬਹੁਤੀ ਚੁਗਣ ਵਾਲੀ ਸੀ, ਪੱਕ ਕੇ ਤਿਆਰ ਹੋ ਗਈ ਸੀ ਤੇ ਤਕਰੀਬਨ ਪ੍ਰਤੀ ਏਕੜ 3 ਕੁਇੰਟਲ ਦੇ ਲਗਭਗ ਨਰਮਾ ਖਿੜ ਚੁੱਕਿਆ ਸੀ, ਮਤਲਬ ਚੁਗਣ ਵਾਲਾ ਸੀ। ਤੇ ਉਹ ਸਾਰੀ ਫਸਲ ਤਬਾਹ ਹੋ ਗਈ ਇਸ ਬਾਰਿਸ਼ ਨਾਲ। ਤੇ ਬਹੁਤੇ ਥਾਈਂ ਕਿਸਾਨਾਂ ਦਾ ਬਨਸਪਤੀ ਝੋਨਾ ਰੁੜ ਗਿਆ ਪਾਣੀ 'ਚ ਤੇ ਵਿਛ ਗਿਆ, ਕਿਸਾਨ ਰੋ ਰਹੇ ਨੇ ਤੇ ਸਰਕਾਰ ਕੋਈ ਵੀ ਮਤਲਬ ਉਹਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਮੈਂ ਤਾਂ ਇਹੀ ਮੰਗ ਕਰਦਾ ਕਿ ਘੱਟੋ ਘੱਟ ਜਿਹੜੇ ਕਿਸਾਨਾਂ ਦੀ ਫਸਲ ਤਬਾਹ ਹੋਈ ਹੈ ਉਹਨਾਂ ਨੂੰ 20,000 ਰੁਪਇਆ ਮੁਆਵਜ਼ਾ, ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਰੀਬ ਘਰਾਂ ਦੇ ਘਰ ਹੈ ਜਿਹੜੇ ਉਹ ਡਿੱਗ ਚੁੱਕੇ ਨੇ। ਤੇ ਅੱਜ ਹੀ ਮੈਨੂੰ ਫੋਨ ਆਇਆ ਸੀ ਮੇਰੇ ਹਲਕੇ 'ਚੋਂ, ਕੋਟੜਾ ਕੌੜਾ ਪਿੰਡ, ਹਰਕਿਸ਼ਨਪੁਰਾ, ਤੇ ਕੱਲ੍ਹ ਆਇਆ ਸੀ ਬੱਲੋ, ਤੇ ਹੋਰ ਕਾਫੀ ਪਿੰਡਾਂ 'ਚੋਂ ਫੋਨ ਆਉਂਦੇ ਨੇ ਕਿ ਸਾਡੇ ਗਰੀਬ ਸੀ, ਉਹਨਾਂ ਦਾ ਘਰ ਡਿੱਗ ਪਿਆ, ਛੱਤ ਡਿੱਗ ਪਈ, ਕੁਛ ਥੱਲੇ ਆ ਗਏ ਲੋਕ, ਕੁਛ ਕਿਵੇਂ ਰਾਮਪੁਰਾ ਪਿੰਡ। ਤੇ ਮੈਂ ਇਹ ਵੀ ਮੰਗ ਕਰਦਾ ਸਰਕਾਰ ਤੋਂ ਵੀ ਜਿਹੜੇ ਗਰੀਬ ਲੋਕਾਂ ਦੇ, ਗਰੀਬ ਕਿਸਾਨਾਂ ਦੇ, ਖੇਤ ਮਜ਼ਦੂਰਾਂ ਦੇ ਘਰ ਡਿੱਗ ਪਏ, ਉਹਨਾਂ ਨੂੰ ਘੱਟੋ ਘੱਟ ਛੋਟਾ ਜਿਹਾ ਘਰ ਬਣਾਉਣ ਵਾਸਤੇ, ਜੇ ਇੱਕ ਕਮਰਾ ਵੀ ਬਣਾਉਣਾ ਹੋਵੇ, ਬਾਥਰੂਮ, ਲੈਟਰੀਨ ਤੇ ਰਸੋਈ ਬਣਾਉਣੀ ਹੋਵੇ, ਤਾਂ ਘੱਟੋ ਘੱਟ 1.5 ਲੱਖ ਰੁਪਈਆ ਇੱਕ ਘਰ ਦਾ ਵਾਸਤੇ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ। ਤੇ ਦੂਜੀ ਗੱਲ, ਮੈਂ ਇਸ 'ਤੇ ਇੱਕ ਸ਼ੌਕ ਵੀ ਕਰ ਰਿਹਾ ਕਿ ਇੱਕ ਪਾਸੇ ਇਸ ਜਿਹੜੀ ਬਾਰਿਸ਼ ਹੋਈ, ਬੇਮੌਸਮੀ ਬਾਰਿਸ਼ ਨੇ ਸਾਡੇ ਕਿਸਾਨ ਭਰਾਵਾਂ ਦੀ, ਸਾਡੇ ਪੰਜਾਬ 'ਚ ਆਮ ਲੋਕਾਂ ਦੀ ਤਬਾਹੀ ਮਚਾਤੀ, ਤੇ ਦੂਜੇ ਪਾਸੇ ਇਹ ਅਖੌਤੀ ਸਰਕਾਰ ਨੇ ਜਿਹੜਾ ਚੋਣਾਂ ਸੀ, ਚੋਣਾਂ ਦੇ ਜਸ਼ਨ ਮਨਾਏ ਜਾ ਰਹੇ ਆ, ਸ਼ਰਾਬਾਂ ਵੰਡੀਆਂ ਜਾ ਰਹੀਆਂ, ਮਠਾਈਆਂ ਦੇ ਲੰਗਰ ਲਾਏ ਜਾ ਰਹੇ ਹੈ। ਇਹ ਬਹੁਤ ਹੀ ਘਟੀਆ ਸੋਚ ਹੈ, ਕਿਉਂਕਿ ਇੱਕ ਪਾਸੇ ਕਿਸਾਨ ਹੈ ਜਿਹੜਾ ਉਹ ਮਰ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਬੇਮਤਲਬੀਆਂ ਚੋਣਾਂ ਕਰਾ ਕੇ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਬਲਾਕ ਸੰਮਤੀ ਦੇ ਮੈਂਬਰ ਦਾ ਕੋਈ ਮਤਲਬ ਨਹੀਂ, ਤੇ ਉਹਨਾਂ ਨੂੰ ਇੰਨੇ ਪੈਸੇ ਲਵਾ ਕੇ ਮਤਲਬ ਲੋਕਾਂ ਨੂੰ ਇਸ ਤਰ੍ਹਾਂ ਗਾਈਡ ਕਰਕੇ ਕਿ ਤੁਸੀਂ ਬਲਾਕ ਸੰਮਤੀ ਦੇ ਮੈਂਬਰ ਬਣੋ, ਲਾਓ, ਵੰਡੋ ਸ਼ਰਾਬਾਂ, ਵੰਡੋ ਮਠਿਆਈਆਂ, ਲਾਓ ਪੈਸੇ। ਇਸ ਲਈ ਮੈਂ ਇਹ ਪੁਰਜ਼ੋਰ ਇਸ ਦੀ ਨਿਖੇਧੀ ਕਰਦਾ ਕਿ ਸਰਕਾਰਾਂ ਇਹ ਨਹੀਂ ਹੁੰਦੀਆਂ ਕਿ ਉਹ ਲੋਕਾਂ ਨੂੰ ਇਸ ਤਰ੍ਹਾਂ ਪੁੱਠੇ ਰਾਹ ਪਾਉਣ। ਤੇ ਅਖੀਰ ਮੰਗ ਕਰਦਾ ਕਿ ਜਿਹੜੇ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦੇ ਘਰ ਢਹਿ ਗਏ, ਜਿਨ੍ਹਾਂ ਕਿਸਾਨਾਂ ਦਾ ਹੱਦ ਤੋਂ ਵੱਧ ਮੁਆਵਜ਼ਾ ਹੋ ਗਿਆ, ਜਿਨ੍ਹਾਂ ਨੂੰ ਬੜੀਆਂ ਆਸਾਂ ਸੀ ਕਿ ਸਾਡੀ ਫਸਲ, ਕਿਉਂਕਿ ਇਸ ਵਾਰ ਕਾਟਨ ਦੀ ਫਸਲ ਬੜੀ ਵਧੀਆ ਸੀ, ਹਰ ਕਿਸਾਨ ਨੂੰ ਉਮੀਦ ਸੀ ਵੀ 25-30 ਮਣ ਜਾਣੀ 10-12 ਕੁਆਂਟਲ ਪ੍ਰਤੀ ਏਕੜ ਝਾੜ ਦੇਊਗੀ, ਬਹੁਤ ਵਧੀਆ ਫਸਲ ਸੀ, ਤੇ ਉਹ ਸਾਰੀ ਤਬਾਹ ਹੋ ਗਈ, ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਇਸ ਲਈ ਮੈਂ ਸਰਕਾਰ ਤੋਂ ਮੰਗ ਕਰਦਾ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਘੱਟੋ ਘੱਟ 20,000 ਰੁਪਇਆ ਪ੍ਰਤੀ ਏਕੜ ਮੁਆਵਜ਼ਾ, ਤੇ ਇੱਕ ਘਰ ਜਿਹੜਾ ਗਰੀਬ ਦਾ ਡਿੱਗ ਪਿਆ, ਢਹਿ ਢੇਰੀ ਹੋ ਗਿਆ, ਉਹਨੂੰ 1.5 ਲੱਖ ਰੁਪਇਆ ਪ੍ਰਤੀ ਘਰ ਮੁਆਵਜ਼ਾ ਦਿੱਤਾ ਜਾਵੇ। ਇੰਨਾ ਹੀ मैं आज कहना चाहना। सारा धन्यवाद। हम वेट करेंगे अगर, क्योंकि उन्होंने कहा है कि मीडिया में रिपोर्ट्स आ रही हैं कि हम चाहते हैं, ये परिवार का मसला है, हम चाहते हैं कि इसको हल करें। तो हम इसकी वेट करेंगे कि कोई बात करना चाहता है तो हम उनसे बात करेंगे। बिल्कुल रहूगा जी। बठिंडा कन्वेंशन च ਜਿਹੜੇ 6 ਮਤੇ ਪਾਸ ਹੋਏ ਆ, ਉਹ ਕਿਸੇ ਵੀ ਗੱਲਬਾਤ ਦਾ ਆਧਾਰ ਬਣਨਗੇ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।